ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ। ਅੱਜ 21 ਅਪ੍ਰੈਲ 2014 2021 ਤੁਹਾਡਾ ਵੈਲਕਮ ਦੁਬਾਰਾ ਸਾਡੇ ਚੈਨਲ PRS 'ਤੇ। ਅੱਜ ਫਿਰ ਪੋਲਿਟੀ ਦਾ ਹੀ ਲੈਕਚਰ ਹੈ, ਠੀਕ ਹੈ ਜੀ। ਹੁਣ ਤੁਹਾਡੇ ਕੋਲ ਸਮਾਂ ਹੈ ਬਹੁਤ ਵਧੀਆ, ਜਿਵੇਂ ਕਿ ਤੁਹਾਨੂੰ ਕੱਲ੍ਹ ਵੀ ਲੈਕਚਰ ਦੱਸ ਦਿੱਤਾ ਗਿਆ ਸੀ ਕਿ ਪਟਵਾਰੀ ਦਾ ਐਗਜ਼ਾਮ ਪੋਸਟਪੋਨ ਹੋਣ ਕਰਕੇ ਤੁਹਾਨੂੰ ਸਭ ਨੂੰ ਕੁਛ ਸਮਾਂ ਮਿਲ ਗਿਆ। ਇਹਦਾ ਵੱਧ ਤੋਂ ਵੱਧ ਫਾਇਦਾ ਉਠਾਓ, ਆਪਣੇ ਹੋਰ ਫੈਕਟਸ ਐਂਡ ਪ੍ਰੈਕਟਿਸ ਨੂੰ ਮਜ਼ਬੂਤ ਕਰੋ ਤਾਂ ਜੋ ਤੁਸੀਂ ਵਧੀਆ ਸਾਰੇ ਐਗਜ਼ਾਮ ਕਲੀਅਰ ਕਰੋ। ਸਾਡੀ ਸਾਰਿਆਂ ਦੀ ਵੈਲ ਵਿਸ਼ਿਸ ਤੁਹਾਡੇ ਨਾਲ ਨੇ, ਠੀਕ ਹੈ। ਅੱਜ ਪੋਲਿਟੀ ਦਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ 2 ਮਿੰਟ ਪਲੀਜ਼, ਮੈਂ ਫਿਰ ਦੁਬਾਰਾ ਤੋਂ ਕਹਿ ਰਿਹਾ, ਕੁਐਸਚਨਸ ਜ਼ਰੂਰ ਪੁੱਛਿਆ ਕਰੋ। ਜੇ ਤੁਹਾਨੂੰ ਕੁਛ ਵੀ ਕੋਈ ਡੈਫੀਸ਼ੀਐਂਸੀ ਲੱਗਦੀ ਹੈ ਕੰਟੈਂਟ 'ਚ, ਰਾਈਟਿੰਗ 'ਚ ਜਾਂ ਭਾਸ਼ਾ 'ਚ, ਤਾਂ ਪਲੀਜ਼ ਉਹ ਸਾਨੂੰ ਦੱਸਿਆ ਕਰੋ। ਇੱਕ ਵਾਰ ਕਮੈਂਟਸ ਜ਼ਰੂਰ ਕਰਿਆ ਕਰੋ, ਸ਼ੇਅਰ ਜ਼ਰੂਰ ਕਰੋ, ਸਪੋਰਟ ਕਰੋ, ਠੀਕ ਹੈ। ਨਵੀਆਂ ਚੀਜ਼ਾਂ ਤੁਹਾਨੂੰ ਰੋਜ਼ ਪਤਾ ਲੱਗਦੀਆਂ ਰਹਿਣਗੀਆਂ। 2 ਜਾਂ 3 ਦਿਨ ਬਾਅਦ ਮੈਂ ਹਿਸਟਰੀ ਵੀ ਕਰਾ ਦੂੰਗਾ ਸਟਾਰਟ, ਠੀਕ ਹੈ ਜੀ। ਵਿੱਚ ਨੂੰ ਕੁਛ ਇਹੋ ਜਿਹੇ 1-2 ਵੀਡੀਓਜ਼ ਬਣਾ ਕੇ ਭੇਜੀਆਂ ਜਾਣਗੀਆਂ, PDFs ਭੇਜੀਆਂ ਜਾਣਗੀਆਂ ਜੋ ਕਿ ਤੁਹਾਡੇ ਲਈ ਐਕਸਟਰਾ ਹੈਲਪ ਲਈ ਸਾਹਮਣੇ ਆਉਣਗੀਆਂ। ਜਿਵੇਂ ਅਸੀਂ ਇੱਕ ਤੁਹਾਨੂੰ ਬਣਾ ਕੇ ਵੀਡੀਓ ਬਣਾਵਾਂਗੇ ਇੰਟਰਨੈਸ਼ਨਲ ਔਰਗਨਾਈਜੇਸ਼ਨ, ਜਿਨ੍ਹਾਂ 'ਤੇ ਬਹੁਤ ਕੁਐਸਚਨ ਪੁੱਛਦੇ। ਸੋ ਜ਼ਿਆਦਾ ਸਮਾਂ ਨਾ ਲੈਂਦੇ, ਲੈਕਚਰ ਸਟਾਰਟ ਕਰਦੇ ਹਾਂ, ਠੀਕ ਹੈ ਜੀ। ਅੱਜ ਦਾ ਜਿਹੜਾ ਲੈਕਚਰ ਹੈ ਪੋਲਿਟੀ ਦਾ ਹੀ ਹੈ, ਸੋਰਸਿਸ ਆਫ ਇੰਡੀਅਨ ਕੌਨਸਟੀਟਿਊਸ਼ਨ। ਬਹੁਤ ਵਾਰ ਕੁਐਸਚਨ ਅੱਛੇ ਐਗਜ਼ਾਮ ਦੇ ਵਿੱਚ ਵੀ ਪੁੱਛਿਆ ਗਿਆ, ਅਤੇ ਇਹ ਵੀ ਚਾਹੇ ਪੰਜਾਬ ਦਾ ਕੋਈ ਹਰਿਆਣੇ ਦਾ ਸਟੂਡੈਂਟ ਹੈ, ਪੰਜਾਬ ਦਾ, ਜ਼ਰੂਰ ਇੱਕ ਵਾਰ ਦੇਖੋ। ਕੁਐਸਚਨ ਕਿਤੇ ਨਾ ਕਿਤੇ ਜ਼ਰੂਰ ਪੁੱਛਿਆ ਜਾਂਦਾ। ਜੇ 10 ਐਗਜ਼ਾਮ ਹੋਣਗੇ ਤਾਂ 10 ਚੋਂ 8 ਦੇ ਵਿੱਚ ਇਹਦਾ ਇੱਕ ਅੱਧਾ ਕੁਐਸਚਨ ਆਉਂਦਾ। ਸੋ ਇੰਡੀਅਨ ਕੌਨਸਟੀਟਿਊਸ਼ਨ, ਹੁਣ ਪਹਿਲੀ ਲਾਈਨ ਦੇ ਵਿੱਚ ਹੀ ਮੈਂ ਸਾਰਾ ਡਿਫਾਈਨ ਕਰਤਾ ਕਿ ਵੈਲ ਨੋਨ ਐਜ਼ ਬੋਰੋਡ ਕੌਨਸਟੀਟਿਊਸ਼ਨ। ਭਾਰਤੀ ਸੰਵਿਧਾਨ ਆਪਣੀ ਲਿਖਤ ਦੇ ਨਾਲ ਅਸੀਂ ਦੁਨੀਆ ਤੋਂ ਵੀ ਬਹੁਤ ਮੰਗਿਆ। ਮੈਂ ਆਪਣੇ ਪਿਛਲੇ ਲੈਕਚਰ 'ਚ ਅਕਸਰ ਕਿਹਾ ਸੀ ਕਿ ਜਿਹੜਾ ਭਾਰਤੀ ਸੰਵਿਧਾਨ ਹੈ ਉਹ 60 ਕੌਨਸਟੀਟਿਊਸ਼ਨ ਆਫ ਦਾ ਵਰਲਡ ਨੂੰ ਦੇਖ ਕੇ ਬਣਾਇਆ ਗਿਆ। ਤਾਂ ਇਹ ਸਿੰਪਲ ਜੀ ਗੱਲ ਤਾਂ ਪ੍ਰੂਵ ਹੋਈ ਗਈ ਕਿ ਭਾਰਤੀ ਸੰਵਿਧਾਨ ਨੂੰ ਬਹੁਤ ਜ਼ਿਆਦਾ ਇੱਧਰੋਂ ਉੱਧਰੋਂ ਹਾਇਰ ਕੀਤਾ ਗਿਆ। ਮੈਨੀ ਆਫ ਥਿੰਗਸ ਟੇਕਨ ਫਰੋਮ ਅਦਰ ਨੇਸ਼ਨ, ਬਹੁਤ ਸਾਰੀਆਂ ਚੀਜ਼ਾਂ ਅਸੀਂ ਦੂਜੀਆਂ ਨੇਸ਼ਨਸ ਤੋਂ ਲਈਆਂ। ਗਵਰਨਮੈਂਟ ਆਫ ਇੰਡੀਆ ਐਕਟ, ਇਹਨੂੰ ਬਲੂ ਪ੍ਰਿੰਟ ਕਿਹਾ ਜਾਂਦਾ, ਸਟਰਕਚਰਲ ਸਟਰੈਂਥ ਕਿਹਾ ਜਾਂਦਾ, ਬੇਸ ਕਿਹਾ ਜਾਂਦਾ। 70 ਤੋਂ 75% ਆਫ ਦਾ ਕੌਨਸਟੀਟਿਊਸ਼ਨ ਇਸੀ ਐਕਟ ਦੇ ਵਿੱਚੋਂ ਬਣਾਇਆ ਗਿਆ। ਸਿੰਪਲ ਜੀ ਗੱਲ ਹੈ ਸਟੂਡੈਂਟਸ, ਜੇ 395 ਆਰਟੀਕਲ ਨੇ ਤਾਂ ਵਿੱਚੋਂ 270 ਆਰਟੀਕਲ ਨੇ ਜਿਹੜੇ, ਜਾਂ 270 ਤੋਂ ਪਲੱਸ ਆਰਟੀਕਲ ਇਸੇ ਦੇ ਵਿੱਚ ਸਾਰੇ ਸੀਗੇ ਜਿਨ੍ਹਾਂ ਦੀ ਬਣਤਰ ਵਿਸ਼ੇਸ਼ ਰੂਪ ਵਿੱਚ ਸਾਹਮਣੇ ਆਈ। ਹੁਣ ਜੇ ਪੁੱਛਣ ਦੀ ਗੱਲ ਹੈ ਬਲੂ ਪ੍ਰਿੰਟ, ਤਾਂ ਜਿਵੇਂ ਆਪਾਂ 5-7 ਜਣਿਆਂ ਦਾ ਗਰੁੱਪ ਇੱਕ ਕੰਪਨੀ 'ਚ ਕੰਮ ਕਰਦਾ, ਤਾਂ ਜਦੋਂ ਅਸੀਂ ਉਹ ਡਿਜ਼ਾਈਨ ਕੋਈ ਬਣਾ ਕੇ ਇੰਜੀਨੀਅਰ ਰੱਖਦਾ, ਜਿਸ ਇੰਜੀਨੀਅਰ ਦੇ ਡਿਜ਼ਾਈਨ 'ਤੇ ਕੰਮ ਸ਼ੁਰੂ ਹੋ ਜਾਂਦਾ ਉਹਨੂੰ ਅਸੀਂ ਕਹਿੰਦੇ ਫਾਈਨਲ ਡਿਜ਼ਾਈਨ ਬਲੂ ਪ੍ਰਿੰਟ। ਭਾਰਤ ਦੇ ਕੌਨਸਟੀਟਿਊਸ਼ਨ ਦਾ ਬੇਸ, ਉਹਦੀ ਸਟਰੈਂਥ ਗਵਰਨਮੈਂਟ ਆਫ ਇੰਡੀਆ ਐਕਟ 1935 ਹੈ। ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਂ ਲਿਖੀਆਂ ਜਿਹੜੀਆਂ ਨੀਚੇ ਲਿਖੀਆਂ ਹੋਈਆਂ ਨੇ। ਫੈਡਰਲ ਸਿਸਟਮ ਮੈਂ ਆਪਣੀ ਅਗਲੀ ਵੀਡੀਓ ਦੇ ਵਿੱਚ ਬਹੁਤ ਐਲੈਬੋਰੇਟ ਕਰਕੇ ਡਿਟੇਲ ਕਰਕੇ ਤੁਹਾਨੂੰ ਦੱਸੂੰਗਾ, ਉਹ ਵੀ ਅੱਜ ਹੀ ਪੈ ਜਾਏਗੀ। ਫੈਡਰਲ ਸਿਸਟਮ ਲਿਆ। ਗਵਰਨਰ ਦੀ ਪੋਸਟ, ਤੁਹਾਨੂੰ ਕੁਐਸਚਨ ਐਵੇਂ ਹੀ ਆਊਗਾ ਵੀ ਗਵਰਨਰ ਦੀ ਪੋਸਟ ਅਸੀਂ ਕਿੱਥੋਂ ਲਈ, ਗਵਰਨਮੈਂਟ ਆਫ ਇੰਡੀਆ ਐਕਟ ਤੋਂ। ਪਬਲਿਕ ਸਰਵਿਸ ਕਮਿਸ਼ਨਸ, PSCs, UPSCs, ਜਿਹੜਾ ਕਿ 1935 ਦੇ ਐਕਟ ਦੇ ਵਿੱਚ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਕਿਹਾ ਜਾਂਦਾ ਸੀ, ਜੋ ਕਿ ਇੰਡੀਪੈਂਡੈਂਟ ਬਾਡੀ ਹੈ ਔਰ ਆਰਟੀਕਲ ਅਤੇ ਪਾਰਟ 100 'ਚ ਆਉਂਦੀ ਹੈ। ਜੁਡੀਸ਼ਰੀ, ਐਮਰਜੈਂਸੀ, ਕਿੰਨੀਆਂ ਤਰ੍ਹਾਂ ਦੀਆਂ ਐਮਰਜੈਂਸੀ ਨੇ? 3 ਤਰ੍ਹਾਂ ਦੀਆਂ। ਨੈਸ਼ਨਲ, ਪ੍ਰੈਸੀਡੈਂਟ ਰੂਲ ਫॉर ਜਾਂ ਸਟੇਟ ਐਮਰਜੈਂਸੀ, ਅਤੇ ਫਾਈਨੈਂਸ਼ੀਅਲ ਐਮਰਜੈਂਸੀ। 352 ਨੰਬਰ ਆਰਟੀਕਲ, ਫਿਰ 356 ਅਤੇ 365, ਅਤੇ ਲਾਸਟ ਫਾਈਨੈਂਸ਼ੀਅਲ 360। ਇਹ ਮੇਰੀ ਅਗਲੀ ਵੀਡੀਓ 'ਚ ਤੁਹਾਨੂੰ ਸੇਲੀਐਂਟ ਫੀਚਰਸ 'ਤੇ ਆਊਗੀ, ਉਹਦੇ 'ਚ ਬਹੁਤ ਕਲੈਰਿਟੀ ਨਾਲ ਮੈਂ ਸਮਝਾਤਾ। ਅੱਜ ਦਾ ਅਤੇ ਅਗਲਾ ਲੈਕਚਰ ਸੇਲੀਐਂਟ ਫੀਚਰ 'ਤੇ ਜ਼ਰੂਰ ਲਗਾਇਓ, ਠੀਕ ਹੈ ਜੀ। ਸੇਲੀਐਂਟ ਫੀਚਰਸ ਜਿਸ ਨੇ ਪੜ੍ਹ ਲਏ ਉਹਨੇ ਅੱਧਾ ਕੌਨਸਟੀਟਿਊਸ਼ਨ ਦਾ ਸਾਰਾ ਸਿਨੈਰੀਓ ਪੜ੍ਹ ਲਿਆ ਲਿਖਣ ਦਾ ਵੇ। ਸੋ ਗਵਰਨਮੈਂਟ ਆਫ ਇੰਡੀਆ ਐਕਟ ਨੂੰ ਬਲੂ ਪ੍ਰਿੰਟ ਕਿਹਾ ਜਾਂਦਾ ਜੀ। 70 to 70% 5% ਜਿਹੜਾ ਕੌਨਸਟੀਟਿਊਸ਼ਨ ਹੈ ਇਸ ਤੋਂ ਹੀ ਲਿਖਿਆ ਗਿਆ। ਫੈਡਰਲ ਸਿਸਟਮ, ਆਫਿਸ ਆਫ ਗਵਰਨਰ, ਪਬਲਿਕ ਸਰਵਿਸ ਕਮਿਸ਼ਨ, ਜੁਡੀਸ਼ਰੀ ਐਂਡ ਐਮਰਜੈਂਸੀ, ਅਸੀਂ ਸਾਰੀਆਂ ਦੀਆਂ ਸਾਰੀਆਂ ਇੱਥੋਂ ਹੀ ਲਈਆਂ। ਈਵਨ ਇਹਦੇ ਵਿੱਚ ਸਾਡਾ ਜਿਹੜਾ ਫੈਡਰਲ ਬੈਂਕ ਆਫ ਇੰਡੀਆ ਸੀ, ਲੇਟਰ RBI ਕਹਿਣਾ ਸ਼ੁਰੂ ਕੀਤਾ 1950-49 'ਚ,
ਉਹ ਵੀ ਇਹਦੇ ਅੰਡਰ ਹੀ ਪ੍ਰੋਪਰਲੀ ਸਟੈਬਲਿਸ਼ ਕਰ ਦਿੱਤਾ ਗਿਆ। ਵੋਟ ਪਾਉਣ ਦਾ ਅਧਿਕਾਰ ਵੀ 1935 ਦੇ ਐਕਟ ਦੇ ਵਿੱਚ ਦਿੱਤਾ ਗਿਆ, ਦੋਨੋਂ ਜੈਂਡਰਸ ਨੂੰ ਇਕੁਅਲੀ, ਮੇਲ ਨੂੰ ਵੀ ਅਤੇ ਫੀਮੇਲ ਨੂੰ। ਸਭ ਤੋਂ ਪਹਿਲਾਂ ਵੈਸੇ ਅਗਰ ਦੇਖਿਆ ਜਾਵੇ ਤਾਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਿਊਜ਼ੀਲੈਂਡ ਨੇ ਦਿੱਤਾ ਸੀਗਾ। ਅੱਗੇ ਬ੍ਰਿਟੇਨ, UK ਤੋਂ ਅਸੀਂ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਇਹ ਬਹੁਤ ਵਧੀਆ ਟੌਪਿਕ ਹੈ। ਮੈਂ ਬਹੁਤ ਜਣਿਆਂ ਨੂੰ ਇਹ ਗੱਲ ਸੁਣਦੇ ਪੁੱਛਿਆ ਵੀ ਵਾਟ ਇਜ਼ ਦ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਜੇ ਪੁੱਛ ਲਿਆ ਜਾਵੇ ਤਾਂ ਕਾਫੀ ਜਣੇ ਇਸ ਚੀਜ਼ ਨੂੰ ਅੱਛੀ ਤਰ੍ਹਾਂ ਡਿਫਾਈਨ ਨਹੀਂ ਕਰ ਪਾਉਂਦੇ, ਬਟ ਕੋਈ ਗੱਲ ਨਹੀਂ, ਇਹ ਸੇਲੀਐਂਟ ਫੀਚਰ ਵਾਲੀ ਵੀਡੀਓ 'ਚ ਪਲੀਜ਼ ਉਹਨੂੰ ਜ਼ਰੂਰ ਦੇਖਿਓ। ਜਿਹੜੀਆਂ ਚੀਜ਼ਾਂ ਇਸ 'ਚ ਮੈਂ ਤੁਹਾਨੂੰ ਕਹਿ ਰਿਹਾ ਵੀ ਅਗਲੀ ਵੀਡੀਓ 'ਚ ਬਹੁਤ ਲੈਬੋਰੇਟਲੀ ਸਮਝ ਆਉਣਗੀਆਂ, ਤਾਂ ਉਹ ਵੀਡੀਓ ਨੂੰ ਜ਼ਰੂਰ ਦੇਖਿਓ। ਦੂਜਾ, ਕੈਬਨਿਟ ਸਿਸਟਮ। ਯੈਸ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਨੂੰ ਹੀ ਇੱਕ ਤਰ੍ਹਾਂ ਪ੍ਰਾਈਮ ਮਿਨਿਸਟਰ ਗਵਰਨਮੈਂਟ ਵੀ ਕਿਹਾ ਜਾਂਦਾ, ਅਤੇ ਉਹਦੇ ਵਿੱਚ ਹੀ ਜੇਕਰ ਪ੍ਰਾਈਮ ਮਿਨਿਸਟਰ ਹੈ ਤਾਂ ਪ੍ਰਾਈਮ ਮਿਨਿਸਟਰ ਕੋਲ ਕੈਬਨਿਟ ਵੀ ਹੁੰਦੀ ਹੈ। ਸਿੰਗਲ ਸਿਟੀਜ਼ਨਸ਼ਿਪ। ਭਾਰਤ ਅਕੈਰੀ ਨਾਗਰਿਕਤਾ ਪ੍ਰੋਵਾਈਡ ਕਰਦਾ, ਇਕੱਲੀ ਸਿਰਫ ਇੱਕ ਸਟੇਟ ਸੀ 2019 ਦੇ ਵਿੱਚ, ਉਹ ਵੀ ਖ਼ਤਮ ਕਰ ਦਿੱਤੀ ਗਈ, JK, ਜਿਹੜੀ ਕਿ ਦੋਹਰੀ ਨਾਗਰਿਕਤਾ। ਅਸੀਂ ਸਾਰੇ ਪਹਿਲਾਂ ਭਾਰਤੀ ਹਾਂ, ਫਿਰ ਪੰਜਾਬੀ, ਬੰਗਾਲੀ, ਮਰਾਠੀ, UP ਦੇ ਬਿਹਾਰੀ, ਰਾਜਸਥਾਨੀ ਹਾਂ। ਨਾਟ ਲਾਈਕ ਅਮਰੀਕਾ ਕਿ ਉੱਥੇ ਡਿਊਲ ਸਿਟੀਜ਼ਨਸ਼ਿਪ ਹੈ, ਪਹਿਲਾਂ ਅਸੀਂ ਸਟੇਟ ਦੇ ਵਸਨੀਕ ਕਾਊਂਟ ਕੀਤੇ ਜਾਂਦੇ ਹਾਂ ਅਤੇ ਫਿਰ ਅਸੀਂ ਮੁਲਕ ਦੇ ਵਸਨੀਕ ਕਾਊਂਟ ਕੀਤੇ ਜਾਂਦੇ ਹਾਂ। ਰਿਟਸ, 5 ਤਰ੍ਹਾਂ ਦੀਆਂ ਰਿਟਸ। ਇਹਦੇ ਲਈ ਵੀ ਇੱਕ ਅਲੱਗ ਟੌਪਿਕ ਆਊਗਾ। ਹੈਬਿਸ ਕਾਰਪਸ, ਸਰਸ਼ਰੀ, ਮੈਂਡੇਮਸ, ਕੂ ਵਾਰੰਟੋ 4 ਅਤੇ ਪ੍ਰੋਹਿਬਿਸ਼ਨ। ਇਹ 5 ਤਰ੍ਹਾਂ ਦੀਆਂ ਰਿਟਸ ਦਾ ਇਹ ਵੀ ਹੈ। ਕੈਗ, ਕੰਪਟਰੋਲਰ ਆਡੀਟਰ ਜਨਰਲ। ਇਹ ਪਾਰਟ 5ਵਾਂ ਅਤੇ 5ਵੇਂ ਹੀ ਚੈਪਟਰ। ਕੈਗ ਆਪਣੇ ਆਪ ਦੇ ਵਿੱਚ ਇੱਕ ਪੋਸਟ ਹੈ। ਆਰਟੀਕਲ 148, 49, 50, 51। ਬਾਈਕੈਮਰਲਿਜ਼ਮ, ਇਹ ਵੀ ਅਸੀਂ ਬ੍ਰਿਟੇਨ ਤੋਂ ਲਿਆ। ਦੇਖੋ, ਪੰਜਾਬ ਬਾਰੇ ਅਸੀਂ ਪੜ੍ਹਦੇ ਹਾਂ ਤਾਂ ਪੰਜਾਬ ਦੇ ਵਿੱਚ ਕੁਐਸਚਨ ਆਉਂਦਾ ਹੈ ਕਿ ਪੰਜਾਬ ਦੀ ਜਿਹੜੀ ਉਹ ਹੈ ਪੰਜਾਬ ਦਾ ਜਿਹੜਾ ਸਿਸਟਮ ਹੈ, ਸਾਡਾ ਲੈਜਿਸਲੇਟਿਵ ਸਿਸਟਮ ਹੈ, ਉਹ ਕਿਸ ਤਰ੍ਹਾਂ ਦਾ। ਉਹ ਸਿੰਗਲ ਲੈਜਿਸਲੇਟਿਵ ਹੈ, ਇੱਕੋ ਹੀ ਹੈ। ਸੰਵਿਧਾਨਿਕ ਅਸੈਂਬਲੀ, ਲੈਜਿਸਲੇਟਿਵ ਅਸੈਂਬਲੀ ਹੈ, ਵਿਧਾਨ ਸਭਾ ਹੈ। ਵਿਧਾਨ ਪਰਿਸ਼ਦ ਤਾਂ ਪੰਜਾਬ 'ਚ ਨਹੀਂ ਹੈ। ਯੈਸ, ਪਰ ਪੰਜਾਬ 'ਚ 1967-68 ਤੋਂ ਪਹਿਲਾਂ ਵਿਧਾਨ ਪਰਿਸ਼ਦ ਵੀ ਐਗਜ਼ਿਸਟ ਕਰਦੀ ਸੀ। ਠੀਕ ਹੈ ਜੀ। ਬਾਈਕੈਮਰਲਿਜ਼ਮ, ਡਿਊਲ ਹਾਊਸ ਪੋਲਿਸੀ, ਇਹ ਵੀ ਅਸੀਂ ਬ੍ਰਿਟੇਨ ਤੋਂ ਹੀ ਲਈ। ਅੱਗੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਸਭ ਤੋਂ ਮੇਨ ਚੀਜ਼ ਸਾਡੇ ਫੰਡਾਮੈਂਟਲ ਰਾਈਟਸ ਲਈਆਂ। ਸਾਡੇ ਸੰਵਿਧਾਨ 'ਚ ਇਹਨੂੰ ਮੈਗਨਾ ਕਾਰਟਾ ਕਿਹਾ ਜਾਂਦਾ। ਮੁੱਢਲੇ ਰਾਈਟਸ, ਮੁੱਢਲੇ ਹੱਕ, ਜਿਨ੍ਹਾਂ ਨੂੰ ਅਸੀਂ ਫੰਡਾਮੈਂਟਲ ਰਾਈਟਸ ਕਹਿੰਦੇ ਹਾਂ। ਇੰਪੀਚਮੈਂਟ ਆਫ ਪ੍ਰੈਸੀਡੈਂਟ, ਮਹਾਅਭਿਯੋਗ ਚਲਾਉਣਾ, ਰਾਸ਼ਟਰਪਤੀ ਨੂੰ ਕੱਢਣਾ। ਰਿਮੂਵਲ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਜੱਜਿਸ। ਹਾਂਜੀ, ਅਗਲਾ ਪੁਆਇੰਟ ਜ਼ਰੂਰ ਨੋਟਿਸ ਕਰਿਓ, ਪੋਸਟ ਆਫ ਵਾਈਸ ਪ੍ਰੈਸੀਡੈਂਟ। ਪੋਸਟ ਆਫ ਵਾਈਸ ਪ੍ਰੈਸੀਡੈਂਟ, ਪੋਸਟ ਆਫ ਵਾਈਸ ਪ੍ਰੈਸੀਡੈਂਟ ਅਸੀਂ ਕਿੱਥੋਂ ਲਈ? ਪੋਸਟ ਆਫ ਵਾਈਸ ਪ੍ਰੈਸੀਡੈਂਟ ਹੈ, ਇਹ ਵੀ ਅਸੀਂ USA ਤੋਂ ਲਈ ਵੀ। ਇਹ ਮੋਸਟਲੀ ਪੁੱਛ ਲਿਆ ਜਾਂਦਾ, ਤਾਂ ਇਸ ਚੀਜ਼ ਦਾ ਧਿਆਨ ਰੱਖਿਓ। ਇੰਡੀਪੈਂਡੈਂਸ ਜੁਡੀਸ਼ਰੀ, ਇਹ ਵੀ ਅਸੀਂ USA ਤੋਂ ਲਈ। ਪ੍ਰੀਐਂਬਲ ਬਾਰੇ ਮੈਂ ਪਹਿਲਾਂ ਵੀ ਦੱਸਿਆ ਸੀ ਆਪਣੇ ਸੈਕਿੰਡ ਲੈਕਚਰ ਦੇ ਵਿੱਚ ਕਿ ਪ੍ਰੀਐਂਬਲ ਦੀ ਜਿਹੜੀ ਉਤਪਤੀ ਹੈ ਉਹ ਤਾਂ ਨਹਿਰੂ ਜੀ ਦੇ ਉਹਦੇ ਆਬਜੈਕਟਿਵ ਰੈਜ਼ੋਲਿਊਸ਼ਨ ਦੇ ਅਕੋਰਡਿੰਗ ਹੀ ਹੋਈ। ਉਹਨਾਂ ਨੇ ਜਿਹੜੇ ਕੁਛ ਵਰਡ ਸੀ, ਬਟ USA ਤੋਂ ਲੈਣ ਦਾ ਮਤਲਬ ਇਹ ਹੈ ਕਿ USA ਨੇ ਦੁਨੀਆ 'ਚ ਸਭ ਤੋਂ ਪਹਿਲਾਂ ਕੌਨਸਟੀਟਿਊਸ਼ਨ ਬਣਾਇਆ, ਅਤੇ ਜਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਕੌਨਸਟੀਟਿਊਸ਼ਨ ਬਣਾਇਆ ਤਾਂ ਉਹਨਾਂ ਦਾ ਸੰਵਿਧਾਨ ਵੀ ਹੈ ਸਾਡੇ ਸੰਵਿਧਾਨ ਵਾਂਗ ਪ੍ਰੀਐਂਬਲ ਨਾਲ ਹੀ ਓਪਨ ਹੁੰਦਾ। ਪ੍ਰੀਐਂਬਲ ਨਾਲ ਹੀ ਉਹਨਾਂ ਦਾ ਸੰਵਿਧਾਨ ਖੁੱਲ੍ਹਦਾ ਅਤੇ ਪ੍ਰੀਐਂਬਲ ਨਾਲ ਹੀ ਸਾਡਾ ਸੰਵਿਧਾਨ ਖੁੱਲ੍ਹਦਾ। ਤਾਂ ਇਹੀ ਚੀਜ਼ ਹੈ, ਅਸੀਂ ਵੀ ਉਹਨਾਂ ਨੂੰ ਫੋਲੋ ਕਰਦੇ ਹੋਏ ਪ੍ਰੀਐਂਬਲ ਲਿਆ। ਜਦ ਕਿ ਪ੍ਰੀਐਂਬਲ ਦੀ ਜਿਹੜੀ ਉਤਪਤੀ ਹੈ, ਬੇਸ ਹੈ, ਉਹ ਭਾਰਤੀ ਹੈ। ਪ੍ਰੀਐਂਬਲ ਦੀ ਜਿਹੜੀ ਨਕਲ ਹੈ, ਜਾਂ ਆਪਾਂ ਕਹਿ ਦਈਏ ਵੀ ਉਹ ਕਿਉਂ ਰੱਖਿਆ ਗਿਆ ਇੰਟਰੋਡਕਟਰੀ ਪੇਜ, ਉਹ USA ਨੂੰ ਦੇਖਦੇ ਹੋਏ। ਅਤੇ ਸਭ ਤੋਂ ਮੇਨ ਕੁਐਸਚਨ ਜਿਹੜਾ ਤੁਹਾਨੂੰ ਆਉਣ ਦੇ ਚਾਂਸਿਸ ਹੋਣਗੇ ਕਿ ਪ੍ਰੀਐਂਬਲ ਦੀ ਲੈਂਗੁਏਜ ਹੈ, ਉਹ ਅਸੀਂ ਆਸਟ੍ਰੇਲੀਆ ਤੋਂ ਲਈ। ਇਸੇ ਲੈਕਚਰ 'ਚ ਜਾਂ ਇਸੇ PDF 'ਚ ਤੁਹਾਨੂੰ ਪਤਾ ਲੱਗ ਜੂਗਾ। ਹਾਂਜੀ, ਅੱਗੇ ਵੱਧਦੇ ਹੋਏ ਕੈਨੇਡਾ। ਇੱਕ ਗੱਲ ਹੋਰ, ਹੁਣ ਇਹ ਜਿਹੜੇ ਮੁਲਕ ਮੈਂ ਦੱਸ ਰਿਹਾ ਨਾ, ਇਹਨੂੰ ਥੋੜ੍ਹਾ ਕ੍ਰੀਏਟਿਵ ਬਣਾਇਆ ਕਰੋ। ਜਿਵੇਂ ਤੁਸੀਂ ਪੜ੍ਹਦੇ ਹੋ, ਕੌਨਫੀਡੈਂਟਲੀ ਆਪਣੇ ਆਪ ਨੂੰ ਕ੍ਰੀਏਟਿਵ ਐਵੇਂ ਬਣਾਓ, ਇੱਕ ਚੀਜ਼ ਨਾਲ ਦੂਜੀ ਚੀਜ਼ ਤੁਹਾਨੂੰ ਬੋਨਸਲੀ ਯਾਦ ਹੋਵੇ। ਜਿਵੇਂ ਬ੍ਰਿਟੇਨ ਦੀ ਕੈਪੀਟਲ ਲੰਡਨ, USA ਦੀ ਕੈਪੀਟਲ ਵਾਸ਼ਿੰਗਟਨ DC। ਅੱਗੇ ਮੈਂ ਆਇਰਲੈਂਡ ਵੱਲ ਵੱਧ ਰਿਹਾ, ਤਾਂ ਆਇਰਲੈਂਡ ਦੀ ਕੈਪੀਟਲ ਕਿਹੜੀ ਹੋਊਗੀ? ਇਸ ਚੀਜ਼ ਦਾ ਥੋੜ੍ਹਾ ਧਿਆਨ ਰੱਖੋ, ਡਬਲਿਨ। ਠੀਕ ਹੈ, ਤਾਂ ਮੈਂ ਤਾਂ ਤੁਹਾਨੂੰ ਨਾਲ ਦੱਸ ਦਿੰਦਾ ਵੀ ਤੁਹਾਨੂੰ ਯਾਦ ਰਹੇ। ਔਰ ਮੈਂ ਤੁਹਾਨੂੰ ਦੱਸਦਾ
ਇਹ ਮੇਰਾ ਖੁਦ ਦਾ ਐਕਸਪੀਰੀਅੰਸ ਹੈ। ਕਿਸੇ ਅੱਛੇ ਐਗਜ਼ਾਮ ਦੇ ਵਿੱਚ ਵੀ, ਵੱਡੇ ਐਗਜ਼ਾਮਾਂ 'ਚ ਵੀ ਹਰ ਵਾਰ ਇੱਕ ਜਾਂ ਦੋ ਦੇਸ਼ਾਂ ਦੀਆਂ, ਕਈ ਵਾਰ ਆਈਲੈਂਡ ਜਾਂ ਕਈ ਵਾਰ ਉਹ ਪੁੱਛ ਲਏ ਜਾਂਦੇ ਨੇ, ਕੈਪੀਟਲਸ ਪੁੱਛ ਲਈਆਂ ਜਾਂਦੀਆਂ। ਜਿਵੇਂ ਅੱਜ ਮੈਂ ਸਵੇਰੇ ਅਖਬਾਰ ਪੜ੍ਹ ਰਿਹਾ ਸੀ ਤਾਂ ਉੱਥੇ ਅਜ਼ੰਪਸ਼ਨਸ ਆਈਲੈਂਡ ਆਇਆ ਹੋਇਆ ਸੀਗਾ। ਹੁਣ ਜੇ ਮੈਂ ਇਹਦੇ ਵਿੱਚ ਤੁਹਾਨੂੰ ਕੁਐਸਚਨ ਪੁੱਛ ਲਿਆ ਤਾਂ ਤੁਸੀਂ ਮੈਨੂੰ ਇੱਕ ਕਰੰਟ ਕੌਮੈਂਟਸ 'ਚ ਦੱਸਿਓ ਸਾਰੇ ਜਾਣੇ ਕਿ ਵੇਅਰ ਇਜ਼ ਅਜ਼ੰਪਸ਼ਨ ਆਈਲੈਂਡਸ। ਇਹ ਬਹੁਤ ਨਿਊਜ਼ 'ਚ ਰਿਹਾ, ਇੱਕ ਅਜ਼ੰਪਸ਼ਨ ਆਈਲੈਂਡ ਅਤੇ ਇੱਕ ਡਿਆਗੋ ਗਾਰਸੀਆ। ਇਹ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹਿੰਦੇ ਨੇ, ਤਾਂ ਪਲੀਜ਼ ਕੌਮੈਂਟਸ ਦੇ ਵਿੱਚ ਦੱਸਿਓ। ਮੈਂ ਫਿਰ ਰਿਪੀਟ ਕਰਦਾ ਕਿ ਆਈਲੈਂਡ, ਨੈਸ਼ਨਲ ਪਾਰਕ ਅਤੇ ਇੱਕ ਅੱਧੀ ਕੈਪੀਟਲ ਜ਼ਰੂਰ ਆ ਜਾਂਦੀ ਹੈ। ਜਦੋਂ ਅਸੀਂ ਪੜ੍ਹਦੇ ਸੀ ਜਾਂ ਮੈਂ ਪੜ੍ਹਦਾ ਸੀ ਉਦੋਂ ਸਾਡੇ ਉਸਤਾਦ ਨੇ ਜਾਂ ਪੜ੍ਹਾਉਣ ਵਾਲਿਆਂ ਨੇ ਇੱਕ ਮੁਲਕ ਪੁੱਛਿਆ ਸੀ, ਉਸ ਮੁਲਕ ਦਾ ਨਾਮ ਸੀਗਾ ਮੰਗੋਲੀਆ। ਕਹਿੰਦਾ ਜੀ ਇਹਦੀ ਕੈਪੀਟਲ ਦੱਸੋ। ਇੱਕ ਮੁਲਕ ਹੈ ਬਰੂਨਾਈ, ਉਹਦੀ ਕੈਪੀਟਲ ਦੱਸੋ। ਅਤੇ ਆਈ ਅਸ਼ੋਰੈਂਸ ਕਿ ਜੇ ਮੈਂ ਤੁਹਾਨੂੰ ਪੁੱਛ ਲਵਾਂ ਵੀ ਬਰੂਨਾਈ ਦੀ ਕੈਪੀਟਲ ਕੀ ਹੈ ਤਾਂ ਆਪਾਂ ਪੇਪਰ ਦੇ ਵਿੱਚ ਆਪਸ਼ਨ ਵੀ ਆ ਜਾਊਗੀ ਨਾ ਸਟੂਡੈਂਟਸ, ਤਾਂ ਆਪਾਂ ਹਾਸੇ 'ਚ ਲੈ ਜਾਂਦੇ ਹਾਂ ਉਸ ਗੱਲ ਨੂੰ, ਕਿਉਂਕਿ ਉਹਦੀ ਕੈਪੀਟਲ ਹੈ ਬੰਦਰ ਸ਼੍ਰੀ ਬੇਗਵਾਨ। ਅਤੇ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਤਾਂ ਮੈਂ ਉਹਨੂੰ ਬਾਂਦਰ ਸ਼੍ਰੀ ਭਗਵਾਨ ਲਰਨ ਕਰ ਲਿਆ। ਉਹ ਸਿਰਫ ਆਪਣੇ ਯਾਦ ਕਰਨ ਦਾ, ਕਿੱਦਾਂ ਦੇ ਪਰਸਪੈਕਟਿਵਸ ਨਾਲ ਆਪਾਂ ਚੱਲਦੇ ਹਾਂ, ਆਪਣੇ ਕੌਨਫੀਡੈਂਸ ਨੂੰ ਬਿਲਡ ਕਰਨ ਦਾ ਤਰੀਕਾ ਹੈ। ਤਾਂ ਇਹਨਾਂ ਚੀਜ਼ਾਂ 'ਤੇ ਗੌਰ ਕਰੋ। ਮੈਂ ਜਿੰਨੀਆਂ ਵੀ ਇੱਥੇ ਲਿਖੀਆਂ ਕੰਟਰੀਜ਼ ਨਾਲ ਨਾਲ ਤੁਹਾਨੂੰ ਦੱਸਦਾ। ਚਲੋ ਆਇਰਲੈਂਡ ਤੋਂ ਅਸੀਂ DPSP ਲਿਆ, ਜੋ ਕਿ ਭਾਰਤੀ ਸੰਵਿਧਾਨ ਦਾ ਐਕਚੁਅਲ 'ਚ ਦਿਲ ਕਿਹਾ ਜਾਂਦਾ। ਸਾਰੇ ਕਹਿੰਦੇ ਨੇ ਜੀ ਦਿਲ ਅਤੇ ਆਤਮਾ ਆਰਟੀਕਲ 32 ਨੂੰ ਕਿਹਾ ਜਾਂਦਾ। ਨਹੀਂ ਬਈ, ਮੈਂ ਮੰਨਦਾ ਕਿਹਾ ਜਾਂਦਾ ਹੋਣਾ, ਬਟ ਐਕਚੁਅਲ 'ਚ ਜੋ ਫਿਲੋਸਫੀ ਹੈ ਨਾ ਸਾਡੇ ਕੌਨਸਟੀਟਿਊਸ਼ਨ ਦੀ ਸਭ ਤੋਂ ਮੇਨ ਪਕੜ ਹੈ ਉਹ ਡਾਇਰੈਕਟਿਵ ਪ੍ਰਿੰਸੀਪਲ। ਪ੍ਰਿੰਸੀਪਲ ਦਾ ਮਤਲਬ ਸਿਧਾਂਤ ਆਫ ਦ ਸਟੇਟ ਪੋਲਿਸੀਜ਼। ਸਰਕਾਰ ਇਹਨਾਂ ਵੈਲਫੇਅਰ, ਅਗਲੇ ਲੈਕਚਰ 'ਚ ਆਊਗਾ DPSP, ਇਹਦੇ 'ਤੇ ਤਾਂ ਮੈਂ ਇਕੱਲੀ ਵੀਡੀਓ ਬਣਾਊਂਗਾ ਫੰਡਾਮੈਂਟਲ ਰਾਈਟ, DPSP ਅਤੇ ਡਿਊਟੀਜ਼ 'ਤੇ। ਬਟ DPSP ਮੋਟਾ ਦੱਸਦਾ, ਪਾਰਟ 4 36 ਤੋਂ 51 ਤੱਕ ਆਰਟੀਕਲ, ਇਹਨੂੰ ਸਿਸਟਰ ਆਫ ਫੰਡਾਮੈਂਟਲ ਰਾਈਟਸ ਕਿਹਾ ਜਾਂਦਾ। ਔਰ ਜੇ DPSP ਕੁਛ ਨਹੀਂ ਹੈ ਤਾਂ ਫੰਡਾਮੈਂਟਲ ਰਾਈਟਸ ਦਾ ਵੀ ਆਪਾਂ ਕੀ ਕਰਾਂਗੇ। ਔਰ 2020 ਦੇ ਵਿੱਚ ਹੋਏ UPSC 2020 ਪ੍ਰੀਲਿਮਸ ਦੇ ਵਿੱਚ DPSP 'ਤੇ ਅੱਛਾ ਕੁਐਸਚਨ ਆਇਆ ਸੀ। 31 ਜਨਵਰੀ 2021 ਅਸਿਸਟੈਂਟ ਜੇਲ੍ਹ ਸੁਪਰਡੈਂਟ ਦੇ ਵਿੱਚ ਵੀ DPSP 'ਤੇ ਬੜਾ ਡੀਸੈਂਟ ਕੁਐਸਚਨ ਆਇਆ ਸੀ, ਜਿਹਦੇ ਵਿੱਚ ਮੋਸਟਲੀ 90 ਤੋਂ 92% ਬੱਚਿਆਂ ਨੇ ਅਟੈਂਪਟ ਨਹੀਂ ਕੀਤਾ ਉਹ ਕੁਐਸਚਨ। ਸੋ DPSP ਅਗਰ ਹੈ ਤਾਂ ਸਭ ਕੁਛ ਹੈ। ਇਹ ਸਭ ਤੋਂ ਵੱਡਾ ਫਿਲੋਸਫੀਕਲ ਟੈਕਸਟ ਹੈ ਸਾਡੇ ਸੰਵਿਧਾਨ ਦਾ, ਕਿਉਂਕਿ ਇਹਦੇ ਵਿੱਚ ਸਾਡੀ ਮੁੰਡਾ ਕੁੜੀ ਭੈਣ ਭਰਾ ਸਾਰੀ ਜਨਰੇਸ਼ਨ ਸਭ ਕੁਛ A to Z ਵਾਸਤੇ ਸਿਰਫ ਵੈਲਫੇਅਰ ਦੀ ਗੱਲ ਕੀਤੀ ਜਾਂਦੀ। ਤਾਂ ਅਸੀਂ DPSP ਕਿੱਥੋਂ ਲਈਆਂ? ਆਇਰਲੈਂਡ। ਇੱਕ ਛੋਟਾ ਜਿਹਾ ਜਨਰਲ ਨੌਲੇਜ ਦਾ ਕੁਐਸਚਨ ਨਾਲ ਹੀ ਐਡ ਕਰ ਲਿਓ ਕਿ ਆਇਰਲੈਂਡ ਨੇ ਕਿੱਥੋਂ ਲਈਆਂ? ਸਪੇਨ ਤੋਂ। ਆਇਰਲੈਂਡ ਨੇ DPSP ਸਪੇਨ ਤੋਂ ਲਈ। ਉਸ ਤੋਂ ਬਾਅਦ ਮੈਥਡ ਆਫ ਪ੍ਰੈਸੀਡੈਂਟ ਇਲੈਕਸ਼ਨ। ਯੈਸ, ਭਾਰਤ ਦਾ ਹੈੱਡ ਪ੍ਰੈਸੀਡੈਂਟ ਹੈ, ਬਟ ਭਾਰਤ ਦੀ ਇੱਕ ਗੱਲ ਯਾਦ ਰੱਖਣਾ, ਪ੍ਰੈਸੀਡੈਂਟ ਨੂੰ ਅਸੀਂ ਅਸਿੱਧੇ ਤੌਰ 'ਤੇ ਚੁਣਦੇ ਹਾਂ, ਠੀਕ ਹੈ, ਕਿਉਂਕਿ ਅਸੀਂ ਉਹਦੇ ਵਿੱਚ ਵੋਟਾਂ ਨਹੀਂ ਪਾਈਆਂ। ਮਤਲਬ ਜਿਨ੍ਹਾਂ ਨੂੰ ਅਸੀਂ ਆਲਰੇਡੀ ਚੁਣਿਆ ਹੋਇਆ MLAs ਜਾਂ MP, ਸੈਂਟਰ ਦੇ MP ਹੁੰਦੇ ਨੇ, ਸਟੇਟ ਦੇ MLAs ਹੁੰਦੇ ਨੇ। MLAs ਅਤੇ MP ਜਿਨ੍ਹਾਂ ਨੂੰ ਅਸੀਂ ਚੁਣਿਆ ਉਹ ਸਾਡੇ ਬਿਹਾਫ 'ਤੇ ਅੱਗੇ ਪ੍ਰੈਸੀਡੈਂਟ ਨੂੰ ਚੁਣਦੇ ਨੇ। ਤਾਂ ਮੈਂ ਕਿਹਾ ਅਸਿੱਧੇ ਤੌਰ 'ਤੇ। ਇੰਡੀਅਨ ਪ੍ਰੈਸੀਡੈਂਟ ਇਜ਼ ਇਨਡਾਇਰੈਕਟਲੀ ਇਲੈਕਟਡ, ਠੀਕ ਹੈ ਨਾ। ਬਾਈ ਵਟ ਮੈਥਡ? ਇਲੈਕਟੋਰਲ ਕਾਲਜ। ਸਾਰੇ ਧਿਆਨ ਦਿਓ, ਇਸ ਚੀਜ਼ ਨੂੰ ਦੁਬਾਰਾ ਰਿਪੀਟ ਕਰਕੇ ਸੁਣਿਓ। ਜਿੰਨੀ ਵਾਰ ਰਿਪੀਟ 'ਤੇ ਸੁਣੋਗੇ ਆਈ ਅਸ਼ੋਰੈਂਸ ਤੁਹਾਨੂੰ ਬੁੱਕ ਚੱਕਣ ਦੀ ਲੋੜ ਨਹੀਂ। ਮੈਂ ਇਹੀ ਕੁਝ ਸਿੱਖਿਆ ਖੁਦ ਪੜ੍ਹਦੇ ਹੋਏ, ਵੀ ਪੜ੍ਹਾਇਆ ਐਵੇਂ ਜਾਵੇ ਯੂਥ ਨੂੰ ਕਿ ਉਹ ਸਿਰਫ ਲੈਕਚਰ 'ਚੋਂ ਹੀ ਤਿਆਰ ਕਰ ਲੈਣ। ਮੈਂ ਅਕਸਰ ਆਪਣੇ ਐਕਸਪੀਰੀਅੰਸ 'ਚ ਇਹੀ ਚੀਜ਼ਾਂ ਦੇਖਦਾ ਸੀ। ਪੜ੍ਹਾਓ, ਅਗਲੇ ਦਿਨ ਜੇ ਜਾ ਕੇ ਮੈਂ ਕਲਾਸ 'ਚ ਕੁਛ ਸਟੇਜ 'ਤੇ ਖੜ੍ਹ ਕੇ ਪੁੱਛਦਾ ਸੀ ਤਾਂ ਮੋਸਟ ਆਫ ਦਾ ਟਾਈਮ ਸਿਰਫ 5 ਤੋਂ 4% ਬੱਚੇ ਵੀ ਨਹੀਂ ਹੁੰਦੇ ਸੀ ਜਿਹੜੇ ਆਨਸਰਿੰਗ ਕਰਦੇ ਸੀ। ਤਾਂ ਹੀ ਇੱਕ ਵੇ ਇਹੋ ਜਿਹਾ ਚੁਣਿਆ ਤੁਹਾਡੀ ਆਪਣੀ ਭਾਸ਼ਾ 'ਚ, ਤਾਂ ਜੋ ਤੁਸੀਂ ਸਾਰੇ ਕੌਨਫੀਡੈਂਟਲੀ ਕੱਲ੍ਹ ਨੂੰ ਮੈਨੂੰ ਕਮੈਂਟ 'ਚ ਆਨਸਰ ਅੱਛੇ ਦੇ ਸਕੋ। ਸੋ ਭਾਰਤੀ ਪ੍ਰੈਸੀਡੈਂਟ ਅਸਿੱਧੇ ਤੌਰ 'ਤੇ ਚੁਣਿਆ ਜਾਂਦਾ ਹੈ। ਉਹਨੂੰ ਚੁਣਨ ਲਈ ਇਹ ਕੁਐਸਚਨ ਬਹੁਤ ਵਾਰ ਆਇਆ, ਉਸ ਮਸ਼ੀਨਰੀ ਦਾ ਨਾਮ ਇਲੈਕਟੋਰਲ ਕਾਲਜ ਹੈ। ਉਹ ਇਲੈਕਟੋਰਲ ਕਾਲਜ ਸਿਸਟਮ ਜਿਹਦੇ ਨਾਲ ਅਸੀਂ ਅਸਿੱਧੇ ਤੌਰ 'ਤੇ ਆਪਣਾ ਹੈੱਡ ਪ੍ਰੈਸੀਡੈਂਟ ਚੁਣਦੇ ਹਾਂ, ਉਹ ਅਸੀਂ ਆਇਰਲੈਂਡ ਤੋਂ ਲਿਆ। ਉਸ ਤੋਂ ਬਾਅਦ ਨੋਮੀਨੇਸ਼ਨ ਆਫ ਮੈਂਬਰਸ ਟੂ ਦਾ ਰਾਜ ਸਭਾ ਬਾਈ ਪ੍ਰੈਸੀਡੈਂਟ। ਯੈਸ, 2 ਹਾਊਸ ਹੈ ਜੀ, ਲੋਕ ਸਭਾ, ਰਾਜ ਸਭਾ। ਲੋਕ ਸਭਾ 'ਚ 2 ਮੈਂਬਰ ਪ੍ਰੈਸੀਡੈਂਟ ਨੋਮੀਨੇਟ ਕਰਦਾ ਸੀ, ਜੋ ਕਿ 104 ਨੰਬਰ ਅਮੈਂਡਮੈਂਟ 'ਚ ਖਾਰਿਜ ਕਰ ਦਿੱਤੇ ਗਏ। ਪਰ ਰਾਜ ਸਭਾ ਦੇ ਵਿੱਚ 12 ਮੈਂਬਰ ਜਿਹੜੇ ਰਾਸ਼ਟਰਪਤੀ
ਨੋਮੀਨੇਟ ਕਰਦਾ ਉਹ ਹੱਲੇ ਵੀ ਉਵੇਂ ਹੀ ਕੰਟੀਨਿਊ ਨੇ ਅਤੇ ਉਹ 12 ਮੈਂਬਰ ਕਿਸੇ ਸਾਇੰਸ ਆਰਟ ਕਿਸੇ ਵੀ ਫੀਲਡ ਦੇ ਵਿੱਚ ਅਗਰ ਅੱਛਾ ਪਰਫੋਰਮ ਕਰਦੇ ਹੋ, ਕੱਲ੍ਹ ਨੂੰ ਤੁਸੀਂ ਵੀ ਜ਼ਿੰਦਗੀ 'ਚ ਬੜੇ ਅੱਛੇ ਮੁਕਾਮ 'ਤੇ ਪਹੁੰਚਦੇ ਹੋ ਤਾਂ ਤੁਹਾਨੂੰ ਵੀ ਰਾਜ ਸਭਾ ਮੈਂਬਰ ਐਸ ਨੋਮੀਨੇਟ ਕੀਤਾ ਜਾ ਸਕਦਾ। ਗੁੱਡ ਲੱਕ। ਠੀਕ ਹੈ, ਅੱਗੇ ਨੈਕਸਟ ਕੈਨੇਡਾ। ਸਭ ਤੋਂ ਪਹਿਲਾਂ ਇਹਦੀ ਕੈਪੀਟਲ ਬਈ ਓਟਾਵਾ ਹੈ। ਜਿਹੜੇ ਵੈਨਕੂਵਰ ਸਰੀ, ਠੀਕ ਹੈ ਨਾ, ਜਾਂ ਹੋਰ ਕੋਈ ਸ਼ਹਿਰ ਲਾਉਂਦੇ ਨੇ, ਵੈਨਕੂਵਰ ਅਤੇ ਸਰੀ ਆ, ਹੋਰ ਬੜੇ ਉੱਥੇ ਬਰੈਂਪਟਨ ਜੋ ਵੀ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤਾਂ ਕਦੀ ਗਿਆ ਨਹੀਂ ਕੈਨੇਡਾ। ਤਾਂ ਜਿਹੜੇ ਹੋਰ ਸ਼ਹਿਰ ਸੋਚਦੇ ਨੇ ਉਹ ਅੱਜ ਤੋਂ ਠੀਕ ਕਰ ਲੈਣਾ। ਓਟਾਵਾ ਇੱਕ ਰੀਵਰ ਹੈ ਜਿਹਦੇ ਨਾਮ 'ਤੇ ਓਟਾਵਾ ਸ਼ਹਿਰ ਹੈ, ਕੈਨੇਡਾ ਦੀ ਕੈਪੀਟਲ। ਇੱਥੋਂ ਅਸੀਂ ਕੀ ਲਿਆ? ਅਪਾਇੰਟਮੈਂਟ ਆਫ ਸਟੇਟ ਗਵਰਨਰ ਬਾਏ ਸੈਂਟਰ। ਯੈਸ, ਪੰਜਾਬ ਦੇ ਗਵਰਨਰ ਸਾਹਿਬਾਨ ਕੌਣ ਨੇ? VP ਸਿੰਘ ਬਦਨੌਰ, ਜੋ ਕਿ ਰਾਜਸਥਾਨ ਤੋਂ ਬਿਲੋਂਗ ਕਰਦੇ ਨੇ। ਸਟੇਟ ਦੇ ਬੰਦੇ ਨੂੰ, ਮੇਰਾ ਨਾਮ ਰਜਿੰਦਰ ਸਿੰਘ ਹੈ, ਜੇ ਮੈਂ ਕੱਲ੍ਹ ਨੂੰ ਬਹੁਤ ਉੱਚੀ ਪਦਵੀ 'ਤੇ ਪਹੁੰਚਦਾ ਤਾਂ ਭਾਈ ਮੈਨੂੰ ਕਦੇ ਵੀ ਸਟੇਟ ਗਵਰਨਰ ਨਹੀਂ ਲਾਉਣਗੇ, ਨਹੀਂ ਲਾਉਂਦੇ ਹੁੰਦੇ। ਸੇਮ ਸਟੇਟ ਦਾ ਬੰਦਾ ਸੇਮ ਗਵਰਨਰ ਨਹੀਂ ਬਣਦਾ ਹੁੰਦਾ। ਅਤੇ ਅਪਾਇੰਟਮੈਂਟ ਆਫ ਸਟੇਟ ਗਵਰਨਰ ਸੈਂਟਰ ਹੀ ਕਰੂਗੀ। ਰਿਟਾਇਰਡ ਜਿਹੜੇ BJP ਕੋਲ ਆਪਣੇ ਬੰਦੇ ਰਹਿ ਗਏ ਜਾਂ ਨਹੀਂ ਚੁਣੇ ਗਏ ਉਹਨਾਂ ਨੂੰ ਉਹ ਗਵਰਨਰ ਲਗਾ ਦੇਣਗੇ। ਅਤੇ ਸਟਰੋਂਗ ਫੈਡਰੇਸ਼ਨ ਦਾ ਮਤਲਬ ਕੀ ਹੁੰਦਾ ਹੈ? ਕੈਨੇਡਾ ਅਤੇ USA ਦੁਨੀਆ 'ਚ ਸਭ ਤੋਂ ਓਲਡ ਫੈਡਰੇਸ਼ਨ ਨੇ। ਅੱਛੀ ਕੁਆਲਿਟੀ ਕਿਤਾਬ ਹੈ, ਉਹਦੇ ਪਹਿਲੇ ਦੂਜੇ ਚੈਪਟਰ 'ਚ ਪੜ੍ਹਿਆ ਮੈਂ ਇਹ ਵੀ ਸਟਰੋਂਗੈਸਟ ਫੈਡਰੇਸ਼ਨਸ ਨੇ। ਫੈਡਰੇਸ਼ਨ ਉਹ ਹੁੰਦੇ ਨੇ ਜਿਹੜੇ ਡਿਊਲ ਸਿਟੀਜ਼ਨਸ਼ਿਪ ਨੂੰ ਫੋਲੋ ਕਰਦੇ ਨੇ, ਵੀ ਸਟੇਟ ਆਪਣੇ ਡਿਸੀਜਨ ਲੈਂਦੀ ਹੈ ਅਤੇ ਸੈਂਟਰ ਆਪਣੇ ਲੈਂਦੀ ਹੈ। ਅੱਜ ਦੇ ਹੀ ਲੈਕਚਰ ਤੋਂ ਕੁਛ ਮਿੰਟ ਬਾਅਦ ਮੈਂ ਸੇਲੀਐਂਟ ਫੀਚਰ ਦੀ ਵੀਡੀਓ ਪਾਊਂਗਾ। ਮੇਰੀ ਰਿਕੁਐਸਟ ਹੈ ਤੁਹਾਨੂੰ, ਉਹ ਜ਼ਰੂਰ ਦੇਖ ਲਿਓ। ਜਿਹਨੇ ਉਹ ਵੀਡੀਓ ਦੇਖ ਲਈ 22 ਤੋਂ 25 ਮਿੰਟ ਦੀ, ਉਸ ਤੋਂ ਬਾਅਦ ਉਹਦਾ ਸੰਵਿਧਾਨ 'ਚ ਕੋਈ ਕੁਐਸਚਨ ਨਹੀਂ ਰੁਕਦਾ। ਨੈਕਸਟ ਜਰਮਨੀ। ਯੈਸ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟ। ਜਰਮਨੀ ਦੀ ਕੈਪੀਟਲ ਕਿਹੜੀ ਹੈ ਬਾਈ? ਸਾਰੇ ਜਾਣਦੇ ਆ, ਬਰਲਿਨ। ਠੀਕ ਹੈ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਪਹਿਲੀ ਗੱਲ, ਫੰਡਾਮੈਂਟਲ ਰਾਈਟਸ ਮੁੱਢਲੇ ਹੱਕ, ਪਾਰਟ 3 ਸੰਵਿਧਾਨ ਦਾ, ਆਰਟੀਕਲ 12 ਤੋਂ 35 ਤੱਕ। ਇਹ ਪਹਿਲਾਂ 7 ਹੁੰਦੇ ਸਨ, ਹੁਣ 6 ਰਹਿ ਗਏ। ਉਹ ਕਿਉਂ ਰਹਿ ਗਏ? ਇਟ ਵਿਲ ਡਿਸਕਸ ਲੇਟਰ। ਠੀਕ ਹੈ ਨਾ। ਫੰਡਾਮੈਂਟਲ ਰਾਈਟਸ, ਇਹਨਾਂ ਨੂੰ ਮੈਗਨਾ ਕਾਰਟਾ ਆਫ ਕੌਨਸਟੀਟਿਊਸ਼ਨ ਕਿਹਾ ਜਾਂਦਾ ਭਾਰਤ ਦਾ। ਠੀਕ ਹੈ ਜੀ। ਮੁੱਢਲੇ ਹੱਕ, ਹਰੇਕ ਛੋਟੇ ਜੰਮਦੇ ਬੱਚੇ ਤੋਂ ਮਰਨ ਵਾਲੇ ਬੰਦੇ ਤੱਕ ਦੇ ਹੱਕ ਨੇ। ਇਹ ਸਸਪੈਂਡ ਹੋ ਸਕਦੇ ਨੇ। ਯੈਸ, ਹੋ ਸਕਦੇ ਨੇ। ਸਿਰਫ ਆਰਟੀਕਲ 20 ਅਤੇ 21 ਕਦੀ ਸਸਪੈਂਡ ਨਹੀਂ ਹੁੰਦਾ 20 ਅਤੇ 21 ਧਿਆਨ ਨਾਲ ਗੌਰ ਕਰੋ। 19 ਨੰਬਰ ਆਰਟੀਕਲ ਸਸਪੈਂਡ ਹੋਊਗਾ ਓਨਲੀ ਉਦੋਂ ਹੋਊਗਾ ਜਦੋਂ ਕੋਈ ਵਾਰ ਬਾਹਰੋਂ ਲੱਗੀ ਹੋਈ ਹੈ। ਉਹ ਲਿਖਿਆ ਜਾਂਦਾ ਇੰਗਲਿਸ਼ 'ਚ ਐਵੇਂ ਬੋਲਦੇ ਨੇ ਵੀ 19 ਆਰਟੀਕਲ 19 ਯੈਸ ਇਟ ਕੈਨ ਸਸਪੈਂਡਡ। ਠੀਕ ਹੈ ਨਾ, ਔਨ ਦਾ ਗਰਾਊਂਡ ਆਫ ਵਾਰ ਐਂਡ ਐਕਸਟਰਨਲ ਅਗਰੈਸ਼ਨ। ਉਹੀ ਗੱਲ ਹੈ, ਲੜਾਈ ਜਾਂ ਬਾਹਰੋਂ ਕਿਸੇ ਹੋਏ ਵਾਧੇ ਘਾਟੇ ਜਾਂ ਬਾਹਰੋਂ ਕਿਸੇ ਹੋਏ ਹਮਲੇ ਦੇ ਦੌਰਾਨ 19 ਨੰਬਰ ਆਰਟੀਕਲ ਸਸਪੈਂਡ ਹੋ ਸਕਦਾ। ਅਤੇ 20 ਅਤੇ 21 ਤਾਂ ਨਹੀਂ ਹੋਣਗੇ ਬਾਈ ਕਦੀ। ਅਤੇ ਇੱਕ ਸਭ ਤੋਂ ਵੱਡਾ ਕੁਐਸਚਨ ਬਾਈ ਸਟੂਡੈਂਟਸ ਦਾ, ਕਹਿੰਦੇ ਜੀ ਫੰਡਾਮੈਂਟਲ ਰਾਈਟ ਸਰ ਉਹ ਹੋ ਸਕਦੀਆਂ, ਖਤਮ ਹੋ ਸਕਦੀਆਂ। ਬਾਈ ਮੈਂ ਇੱਕ ਗੱਲ ਦੱਸਾਂ, ਸੰਵਿਧਾਨ ਦੇ ਬੇਸਿਕ ਢਾਂਚੇ ਨੂੰ ਛੱਡ ਕੇ, ਬੇਸਿਕ ਸਟਰਕਚਰ, ਬੇਸਿਕ ਫੰਡਾਮੈਂਟਲ ਗੱਲਾਂ, ਜਿਵੇਂ ਆਪਣੀ ਲਾਈਫ ਦੇ ਕੁਝ ਅਸੂਲ ਹੁੰਦੇ ਆ ਨਾ ਵੀ ਆਪਾਂ ਕਿਸੇ ਲਈ ਚੇਂਜ ਨਹੀਂ ਕਰਦੇ, ਉਹ ਚੀਜ਼ਾਂ ਨੂੰ ਛੱਡ ਕੇ ਸਭ ਕੁਛ ਚੇਂਜ ਹੋ ਸਕਦਾ ਸੰਵਿਧਾਨ ਦਾ। ਐਵਰੀਥਿੰਗ ਕੈਨ ਬੀ ਚੇਂਜ। ਅੱਜ ਤੋਂ ਬਾਅਦ ਇਹ ਚੀਜ਼ਾਂ ਆਪਣੀਆਂ ਸਟਰੋਂਗ ਕਰ ਲਓ ਵੀ ਇਹ ਚੀਜ਼ਾਂ ਚੇਂਜ ਹੋ ਸਕਦੀਆਂ ਨੇ। ਅੱਗੇ ਵਧਦੇ ਹਾਂ ਜੀ। ਆਸਟ੍ਰੇਲੀਆ, ਪੰਜਾਬੀਆਂ ਦੀ ਮੋਸਟ ਫੇਵਰੇਟ ਡੈਸਟੀਨੇਸ਼ਨ, ਸੈਕਿੰਡ ਮੋਸਟ। ਆਸਟ੍ਰੇਲੀਆ ਦੀ ਕੈਪੀਟਲ ਕਿਹੜੀ ਹੈ ਬਾਈ? ਕੈਨਬਰਾ। ਜਿਨ੍ਹਾਂ ਨੂੰ ਮੈਲਬਰਨ ਸਿਡਨੀ ਲੱਗਦਾ ਉਹ ਅੱਜ ਤੋਂ ਸਾਧ ਸੰਗਤ ਹੱਥ ਜੋੜ ਕੇ ਬੇਨਤੀ ਹੈ ਠੀਕ ਕਰਨ। ਆਸਟ੍ਰੇਲੀਆ ਸਿਡਨੀ ਨਹੀਂ ਹੈਗੀ, ਇਹਦੀ ਕੈਪੀਟਲ ਕੈਨਬਰਾ ਹੈ। ਇਹਦੇ ਤੋਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ, ਇੱਕ ਤਾਂ ਅਸੀਂ ਪ੍ਰੀਐਂਬਲ ਦੀ ਭਾਸ਼ਾ ਚੁਣੀ ਸੀ ਬਾਈ। ਇਹ ਕੁਐਸਚਨ ਤੁਹਾਨੂੰ ਇਸ ਵਾਰ ਹਰੇਕ ਇੱਕ ਅੱਧੇ ਪੇਪਰ 'ਚ ਦੇਖਣ ਨੂੰ ਮਿਲੂਗਾ, ਮੈਂ ਅਸ਼ੋਰੈਂਸ ਦੇ ਦਿੰਦਾ। ਔਰ ਇਹ PPSC ਵੀ ਪੁੱਛ ਸਕਦੀ ਹੈ, ਕੋਈ ਛੋਟਾ ਬੋਰਡ ਪੁੱਛੇ ਨਾ ਪੁੱਛੇ, ਕਮਿਸ਼ਨਸ ਵੀ ਐਗਜ਼ਾਮ 'ਚ ਪੁੱਛ ਲੈਣਗੇ। ਨੇੜੇ ਤੇੜੇ ਦੇ ਗਵਾਂਢੀ ਰਾਜਾਂ 'ਚ ਜਿਹੜੇ ਐਗਜ਼ਾਮ ਹੋਣ ਉਹਨਾਂ 'ਚ ਵੀ ਆ ਸਕਦਾ। ਕੀ ਠੀਕ ਹੈ ਜੀ। ਆਸਟ੍ਰੇਲੀਆ ਲੈਂਗੁਏਜ ਆਫ ਪ੍ਰੀਐਂਬਲ ਅਤੇ ਆਈਡੀਆ ਆਫ ਕਨਕਰੈਂਟ ਲਿਸਟ। ਹਾਂਜੀ, ਇਹ ਮੈਂ ਪੜ੍ਹਾ ਚੁੱਕਾ ਆਲਰੇਡੀ ਇਹ ਚੀਜ਼ ਆਪਾਂ ਪੜ੍ਹ ਚੁੱਕੇ ਹਾਂ ਕਿ 3 ਲਿਸਟਾਂ ਸੀਗੀਆਂ। ਆਪਾਂ ਉਸ ਦਿਨ ਸ਼ਡਿਊਲ ਵਾਲੇ ਚੈਪਟਰ 'ਚ ਪੜ੍ਹਿਆ ਸੀਗਾ ਨਾ ਵੀ ਕਿੰਨੀਆਂ ਲਿਸਟਾਂ ਨੇ? 3, ਇੱਕ ਯੂਨੀਅਨ ਲਿਸਟ ਹੈ, ਇੱਕ ਸਟੇਟ ਲਿਸਟ ਹੈ ਅਤੇ ਇੱਕ ਕਨਕਰੈਂਟ ਲਿਸਟ ਹੈ। 7 ਨੰਬਰ ਸ਼ਡਿਊਲ ਪੜ੍ਹਾਇਆ ਸੀ ਵੀ ਸੈਂਟਰ ਦੇ ਮਹਿਕਮੇ ਵਾਲੀ ਲਿਸਟ ਯੂਨੀਅਨ, ਸਟੇਟ ਦੇ ਜਿਹੜੇ ਮਹਿਕਮੇ ਆਪਣੇ ਜਨਰੇਟ ਕੀਤੇ ਨੇ ਉਹ ਸਟੇਟ ਕੋਲੇ, ਅਤੇ ਜਿਹੜੇ ਭਾਈ ਦੋਨੋਂ ਇਕੱਠੇ ਹੋ ਕੇ ਚੱਲਦੇ ਨੇ
ਜਿੱਥੇ ਹੈਲਥ ਆਉਂਦੀ ਹੈ ਸਭ ਤੋਂ ਪਹਿਲਾਂ, ਹੁਣ ਕੋਵਿਡ ਦੇ ਟਾਈਮ 'ਚ ਹੈਲਥ ਹੈ, ਸਟੇਟ ਆਪਣੇ ਐਫਰਟਸ ਦੇ ਰਹੀਆਂ ਨੇ, ਸੈਂਟਰ ਆਪਣੇ ਐਫਰਟਸ ਦੇ ਰਹੇ ਨੇ। ਅਤੇ ਤੀਜੀ ਲਿਸਟ ਹੈ ਜਿਹੜੀ ਕੌਨਕਰੈਂਟ, ਇਹਦਾ ਕੰਸੈਪਟ ਅਸੀਂ ਆਸਟ੍ਰੇਲੀਆ ਤੋਂ ਲਿਆ। ਅਤੇ ਇੱਕ ਮੈਂ ਚੌਥੀ ਤੁਹਾਨੂੰ ਫੇਰ ਦੁਬਾਰਾ ਰਿਪੀਟ ਕਰਦਾ, ਰੈਸੀਡਿਊਰੀ ਪਾਵਰ ਹਮੇਸ਼ਾ ਸੈਂਟਰ ਨਾਲ ਬਿਲੋਂਗ ਕਰਦੀ ਹੈ। ਗੁੱਡ ਲੱਕ। ਅੱਗੇ ਸਾਊਥ ਅਫਰੀਕਾ। ਸਾਊਥ ਅਫਰੀਕਾ ਨੇਸ਼ਨ ਹੈ ਜੀ ਅਫਰੀਕਾ ਦੇ ਵਿੱਚ, ਠੀਕ ਹੈ। ਜਦੋਂ ਮੈਪ ਦੇ ਵਿੱਚ ਦੇਖਦੇ ਹਾਂ ਬਿਲਕੁਲ ਟਿਪ 'ਤੇ ਜਾ ਕੇ, ਐਨ ਟਿਪ 'ਤੇ, ਇੰਡੀਅਨ ਓਸ਼ੀਅਨ ਨਾਲ ਹੀ ਉਹਦੇ ਮੈਡਾਗਾਸਕਰ ਅਤੇ ਮਰੀਸ਼ੀਅਸ ਵੀ ਲੱਗਦੇ। ਹੁਣ ਦੇਖੋ ਤੁਹਾਨੂੰ ਪੜ੍ਹਾਉਣ ਦਾ ਵੇ, ਸਾਊਥ ਅਫਰੀਕਾ ਦੀਆਂ 3 ਕੈਪੀਟਲਸ ਨੇ। ਇੱਕ ਛੋਟਾ ਜਿਹਾ ਕੁਐਸਚਨ ਮੈਂ ਤੁਹਾਡਾ ਕੰਸੈਪਟ ਕਲਾਸ 'ਚ ਮੈਂ ਅਕਸਰ ਪੁੱਛਦਾ ਸੀ ਵੀ ਭਾਰਤ ਦੀ ਕੈਪੀਟਲ ਕਿਹੜੀ ਹੈ, ਫਿਜ਼ੀਕਲ ਕਿਹੜੀ ਹੈ, ਪੋਲੀਟੀਕਲ ਕਿਹੜੀ ਹੈ, ਜੁਡੀਸ਼ੀਅਲ ਕਿਹੜੀ ਹੈ, ਕੰਕਰੀਟ ਕੈਪੀਟਲ ਕਿਹੜੀ ਹੈ, ਉਹ ਕਿਹੜੀ ਹੈ ਜੀ, ਕੀ ਨਾਮ ਹੈ, IT ਕੈਪੀਟਲ ਕਿਹੜੀ ਹੈ, ਅਤੇ ਇਕਨੋਮਿਕਲ। ਫਿਜ਼ੀਕਲ, ਜੁਡੀਸ਼ੀਅਲ, ਪਾਰਲੀਮੈਂਟਰੀ ਅਤੇ ਸਿੰਪਲ ਜਿਹੜੀ ਆਹ ਹੈ ਸਾਡੀ ਜੋਗ੍ਰਾਫੀਕਲ, ਉਹ ਤਾਂ ਸਾਰੀ ਦੀ ਸਾਰੀ ਦਿੱਲੀ ਹੈ। IT ਕੈਪੀਟਲ ਸਾਡੀ ਬੈਂਗਲੌਰ ਹੈ। ਜਿਹੜੀ ਇਕਨੋਮਿਕਲ ਕੈਪੀਟਲ ਆ ਉਹ ਸਾਡੀ ਬੰਬੇ ਹੈ, ਆਰਥਿਕ ਰਾਜਧਾਨੀ। ਅਤੇ ਜਿਹੜੀ ਕੰਕਰੀਟ ਫੋਰੈਸਟ ਜਾਂ ਕੰਕਰੀਟ ਜੰਗਲ ਹੈ ਉਹ ਸਾਡਾ ਉਹ ਹੈ ਗੁੜਗਾਉਂ ਹੈ। ਇਸੇ ਤਰ੍ਹਾਂ ਕਈ ਦੇਸ਼ਾਂ ਦੀਆਂ ਲੈਗਿਸਲੇਟਿਵ, ਐਗਜ਼ੈਕਟਿਵ ਅਤੇ ਜੁਡੀਸ਼ੀਅਲ ਕੈਪੀਟਲਸ ਅਲੱਗ ਹੁੰਦੀਆਂ ਨੇ। ਨਿਆਂਪਾਲਿਕਾ ਦੀ ਅਲੱਗ ਰਾਜਧਾਨੀ, ਕਾਰਜਪਾਲਿਕਾ ਦੀ ਅਲੱਗ ਰਾਜਧਾਨੀ ਅਤੇ ਵਿਧਾਨਪਾਲਿਕਾ ਦੀ ਅਲੱਗ। ਸੋ ਇਸੇ ਤਰ੍ਹਾਂ ਸਾਊਥ ਅਫਰੀਕਾ ਦੀਆਂ 3 ਕੈਪੀਟਲਸ ਨੇ। ਇੱਕ ਤਾਂ ਹੈਗੀ ਹੈ ਬਲੋਮਫੈਂਟਨ, ਇੱਕ ਹੈਗੀ ਹੈ ਜੋਹਾਨਸਬਰਗ ਅਤੇ ਇੱਕ ਹੈਗੀ ਹੈ ਕੇਪ ਪ੍ਰੀਟੋਰੀਆ। ਪਰ ਜੇ ਤੁਹਾਨੂੰ ਕੁਐਸਚਨ 'ਚ ਤਿੰਨੋਂ ਆਉਂਦੀਆਂ ਤਾਂ ਤਿੰਨਾਂ ਨੂੰ ਟਿਕ ਲਾਉਣਾ, ਨਹੀਂ ਜੇ ਇੱਕ ਪੁੱਛੀ ਜਾਂਦੀ ਹੈ ਤਾਂ ਸਿਰਫ ਉਹਦੇ 'ਤੇ ਸਿਰਫ ਪ੍ਰੀਟੋਰੀਆ 'ਤੇ ਟਿਕ ਲੱਗੂਗਾ, ਹੋਰ ਕਿਸੇ 'ਤੇ ਕੋਈ ਟਿਕ ਨਹੀਂ ਲੱਗੂ, ਪ੍ਰੀਟੋਰੀਆ 'ਤੇ ਟਿਕ ਲਗਾਉਣਾ। ਹੁਣ ਅਸੀਂ ਗੱਲ ਕਰਦੇ ਹਾਂ ਕੀ ਨਾਮ ਹੈ, ਸਾਊਥ ਅਫਰੀਕਾ ਤੋਂ ਅਸੀਂ ਅਮੈਂਡਮੈਂਟ ਪ੍ਰੋਸੀਜਰ ਲਿਆ। 368 ਨੰਬਰ ਆਰਟੀਕਲ ਦੇ ਅੰਡਰ ਅਸੀਂ ਬਹੁਤ ਕੁਛ ਅਮੈਂਡ ਕਰ ਸਕਦੇ ਹਾਂ। ਜਿਵੇਂ ਮੈਂ ਹੁਣੇ ਦੱਸ ਕੇ ਹਟਿਆ ਕਿ ਫੰਡਾਮੈਂਟਲ ਰਾਈਟ ਨਹੀਂ, ਸਾਰੇ ਦਾ ਸਾਰਾ ਸੰਵਿਧਾਨ ਚੇਂਜ ਹੋ ਸਕਦਾ। ਬਸ ਅਗਰ ਚੇਂਜ ਨਹੀਂ ਕਰਨੇ ਤਾਂ ਕੁਛ ਮੁੱਢਲੇ ਅਸੂਲ, ਬੇਸਿਕ ਅਸੂਲ ਚੇਂਜ ਨਹੀਂ ਕਰਨੇ, ਬਾਕੀ ਜੋ ਮਰਜ਼ੀ ਚੇਂਜ ਕਰ ਦਿਓ ਸਾਰੇ ਦਾ। ਇਸ ਤੋਂ ਪਹਿਲਾਂ ਕਿ ਇਹ ਚੇਂਜ ਹੋਵੇ ਤਾਂ ਸਾਰੀ ਸੰਗਤ ਵਿਨਮਰ ਬੇਨਤੀ ਹੈ ਨੌਕਰੀ ਲੱਗ ਜਾਓ, ਨਹੀਂ ਦੁਬਾਰਾ ਪੜ੍ਹਨ ਜੋਗੇ ਆਪਾਂ ਰਹਿਣਾ ਨਹੀਂ, ਠੀਕ ਹੈ ਨਾ। ਸੋ ਅਮੈਂਡਮੈਂਟ ਪ੍ਰੋਸੀਜਰ ਅਤੇ ਰਾਜ ਸਭਾ ਦਾ ਇਲੈਕਸ਼ਨ ਮੈਥਡ, ਉਹ ਵੀ ਅਸੀਂ ਇਹਨਾਂ ਤੋਂ ਹੀ ਲਿਆ। ਰਾਜ ਸਭਾ ਨੂੰ ਇਲੈਕਸ਼ਨ ਜਿਹੜਾ ਮੈਥਡ ਹੈ ਉਹ ਅਸੀਂ ਕਿੱਥੋਂ ਲਿਆ ਜੀ, ਤੁਹਾਡੇ ਸਾਊਥ ਅਫਰੀਕਾ। ਉਸ ਤੋਂ ਬਾਅਦ ਫਰਾਂਸ ਦੀ ਰਾਜਧਾਨੀ ਸਭ ਨੂੰ ਹੀ ਪਤਾ ਹੈ, ਪੈਰਿਸ, ਫੈਸ਼ਨ ਸਿਟੀ ਆਫ ਦਾ ਵਰਲਡ, ਇਹ ਵੀ ਜਨਰਲ ਨੌਲੇਜ ਦਾ ਕੁਐਸਚਨ ਹੈ। ਰਿਪਬਲਿਕ ਪਲੱਸ 3 ਵਰਡ ਕਿਹੜੇ ਕਿਹੜੇ ਨੇ, ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ। ਇਹ ਫਰਾਂਸ ਦੀ ਆਪਣੀ ਰੈਵੋਲਿਊਸ਼ਨ ਜਾਂ ਆਜ਼ਾਦੀ ਦੀ ਲੜਾਈ ਵਿੱਚ ਇਹ 3 ਵਰਡਸ ਨੇ ਬਹੁਤ ਦੁਨੀਆ ਨੂੰ ਅੱਗੇ ਲੈ ਕੇ ਆਂਦਾ। ਇਕੁਐਲਿਟੀ ਸਮਾਨਤਾ, ਫਰੈਟਰਨਿਟੀ ਇੰਟੈਗਰਿਟੀ ਜਾਂ ਭਾਈਚਾਰਾ, ਅਤੇ ਲਿਬਰਟੀ ਆਜ਼ਾਦੀ। ਇੱਕ ਰਿਪਬਲਿਕ, ਇਹ ਮੈਂ ਆਲਰੇਡੀ ਤੁਹਾਨੂੰ ਦੱਸਿਆ ਸੀ। ਰਿਪਬਲਿਕ ਅਸੀਂ 26 ਜਨਵਰੀ 1950 ਨੂੰ ਰਿਪਬਲਿਕ ਹੋਏ, ਮੇਰੀ ਲਾਸਟ ਵੀਡੀਓ ਦੇਖੋ, ਮੈਂ ਉਹਦੇ 'ਚ ਰਿਪਬਲਿਕ ਦਾ ਵਰਡ ਸਮਝਾਤਾ ਸੀ। ਉਹ ਮੁਲਕ, ਉਹ ਨੇਸ਼ਨ, ਉਹ ਕੰਟਰੀ, ਉਹ ਸਟੇਟ ਜਿਨ੍ਹਾਂ ਦਾ ਆਪਣਾ ਇੱਕ ਇਲੈਕਟਿਡ ਹੈੱਡ ਸਿੱਧੇ ਜਾਂ ਅਸਿੱਧੇ ਤੌਰ 'ਤੇ ਚੁਣਿਆ ਜਾਵੇ, ਅਤੇ ਜਿਨ੍ਹਾਂ ਦਾ ਆਪਣਾ ਇੱਕ ਲਿਖਿਤ ਸੰਵਿਧਾਨ ਹੋਵੇ। ਦੈਟਸ ਇਟ। ਅਤੇ ਲਾਸਟ USSR, ਅੱਜ ਦੇ ਟਾਈਮ 'ਚ ਇਹਨੂੰ ਰਸ਼ੀਆ ਕਿਹਾ ਜਾਂਦਾ। ਰਸ਼ੀਆ ਦੀ ਕੈਪੀਟਲ ਮਾਸਕੋ। ਰਸ਼ੀਆ ਦੁਨੀਆ ਦੀ ਸਭ ਤੋਂ ਬੜੀ ਨੇਸ਼ਨ ਹੈ, ਕਰਾਊਨ ਆਫ ਏਸ਼ੀਆ ਅਗਰ ਮੈਪ 'ਚ ਦੇਖਦੇ ਹੋ। ਇਹਨਾਂ ਤੋਂ ਅਸੀਂ ਫੰਡਾਮੈਂਟਲ ਡਿਊਟੀਜ਼ ਲਈਆਂ। ਮੁੱਢਲੇ ਹੱਕਾਂ ਦੇ ਨਾਲ ਨਾਲ ਸਾਨੂੰ ਕੁਛ ਮੁੱਢਲੇ ਕਰਤੱਵ ਵੀ ਨਿਭਾਉਣੇ ਪੈਣਗੇ। ਮੁੱਢਲੇ ਕਰਤੱਵ ਅਸੀਂ ਫਰਾਂਸ ਤੋਂ ਆਕਿਊਪਾਈ ਕੀਤੇ ਲਏ। ਇਹ ਸਾਡੇ ਪਾਰਟ 4A ਅਤੇ ਸਪੈਸ਼ਲੀ ਕ੍ਰੀਏਟਡ ਹੈ 51A ਆਰਟੀਕਲ 'ਚ। 11 ਮੁੱਢਲੇ ਕਰਤੱਵ ਨੇ ਜੋ ਕਿ ਸਾਡੇ ਸਾਹਮਣੇ ਆਏ। ਇਹ ਓਰੀਜਨਲੀ 1949 ਜਾਂ 50 ਦੇ ਵਿੱਚ ਸੰਵਿਧਾਨ 'ਚ ਨਹੀਂ ਸਨ, ਇਹ 1976 'ਚ ਸੰਵਿਧਾਨ 'ਚ ਜੋੜੇ ਗਏ 42ਵੀਂ ਅਮੈਂਡਮੈਂਟ ਦੇ ਦੌਰਾਨ, ਜਿਹਨੂੰ ਕਿ ਮਿੰਨੀ ਕੌਨਸਟੀਟਿਊਸ਼ਨ ਕਿਹਾ। ਅਤੇ 3 ਬੇਸਿਸ ਲਏ ਇਨਸਾਫ ਦੇ। ਤੁਹਾਡੇ ਨਾਲ ਕੋਈ ਰਾਜਨੀਤਿਕ ਜਾਂ ਪੋਲੀਟੀਕਲੀ ਧੱਕਾ ਹੁੰਦਾ ਜਾਂ ਤੁਹਾਡੇ ਨਾਲ ਸਮਾਜਿਕ ਧੱਕਾ ਹੁੰਦਾ ਅਤੇ ਜਾਂ ਤੁਹਾਡੇ ਨਾਲ ਇਕਨੋਮਿਕਲੀ ਧੱਕਾ ਹੁੰਦਾ, ਤਾਂ ਤੁਸੀਂ ਉਸ ਦੇ ਲਈ ਇਨਸਾਫ ਦੀ ਮੰਗ ਕਰ ਸਕਦੇ ਹੋ। ਤਾਂ ਇਹ ਸਾਰਾ ਚੈਪਟਰ ਸੀ ਸੋਰਸਿਸ ਆਫ ਕੌਨਸਟੀਟਿਊਸ਼ਨ। ਇਹਦੇ ਵਿੱਚ ਅਗਰ ਧਿਆਨ ਨਾਲ ਪੜ੍ਹਦੇ ਹੋ ਤਾਂ ਤੁਹਾਡੇ 20 ਤੋਂ 22 ਕੁਐਸਚਨਸ ਬਣਦੇ ਨੇ ਮੇਰੇ ਅਕੋਰਡਿੰਗ। ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਕੁਐਸਚਨ ਆ ਜਾਂਦਾ। ਲਾਸਟ ਪੇਜ ਹੈ ਜਿਹੜਾ ਇਹਦਾ ਚੌਥਾ ਇਸ PDF ਦਾ, ਉਹਦੇ 'ਚ ਕੁਛ ਨਹੀਂ ਮੇਰੇ ਪੜ੍ਹਾਉਣ ਵਾਲਾ, ਦੱਸਣ ਵਾਲਾ। ਉਸ 'ਚ ਮੈਂ ਸਿਰਫ ਲਿਖਿਆ ਪਹਿਲੇ ਕੈਬਨਿਟ ਆਫ ਫਰੀ ਇੰਡੀਆ, ਪਹਿਲਾ ਪ੍ਰਾਈਮ ਮਿਨਿਸਟਰ, ਪਹਿਲਾ ਹੋਮ ਮਿਨਿਸਟਰ, ਪਹਿਲਾ ਐਜੂਕੇਸ਼ਨ ਮਿਨਿਸਟਰ, ਰੇਲਵੇ ਮਿਨਿਸਟਰ, ਫਾਈਨੈਂਸ ਮਿਨਿਸਟਰ, ਲਾਅ ਮਿਨਿਸਟਰ, ਲੇਬਰ, ਡਿਫੈਂਸ, ਇੰਡਸਟਰੀਜ਼। ਤਾਂ ਉਹ ਤੁਸੀਂ ਐਜ਼ ਇਟ ਇਜ਼ ਲਰਨ ਕਰਨਾ ਹੈ, ਉਹ ਸਿਰਫ ਫੈਕਟ ਐਂਡ ਫੈਕਟ ਹੈ। ਥੈਂਕ ਯੂ ਐਂਡ ਗੋਡ ਬਲੈਸ ਯੂ।